ਪਹਿਲਾਂ ਇੱਕ ਫਾਰਮਰ ਕੋਲ ਇੱਕ ਡੋਂਕੀ ਹੁੰਦਾ ਸੀ। ਇਸ ਡੋਂਕੀ ਨੇ ਕਈ ਸਾਲ ਕੰਮ ਕੀਤਾ ਫਾਰਮਰ ਦੇ ਕੋਲ, ਕਣਕ ਦੀਆਂ ਬੋਰੀਆਂ ਲੱਦ ਕੇ। ਉਮਰ ਹੁੰਦੇ ਹੁੰਦੇ ਡੋਂਕੀ ਦੀ ਤਾਕਤ ਘੱਟ ਹੋ ਚੁੱਕੀ ਸੀ। ਜਦੋਂ ਉਹਨੂੰ ਅਹਿਸਾਸ ਹੋਇਆ ਕਿ ਹੁਣ ਬੋਰੀਆਂ ਨਹੀਂ ਚੁੱਕੀਆਂ ਜਾਣਗੀਆਂ, ਉਹ ਫਾਰਮ ਛੱਡ ਕੇ ਨਿਕਲ ਗਿਆ ਸਵੇਰੇ। ਹੁਣ ਤਾਕਤ ਤਾਂ ਨਹੀਂ ਮੇਰੇ 'ਚ, ਪਰ ਮੇਰੀ ਸੁਰੀਲੀ ਆਵਾਜ਼ ਤਾਂ ਹੈ। ਕਿਉਂ ਨਾ ਮੈਂ ਬਰਮਨ ਜਾ ਕੇ ਉੱਥੇ ਗਾਣੇ ਗਾ ਕੇ ਪੈਸੇ ਕਮਾਵਾਂ। ਰਸਤੇ ਵਿੱਚ ਉਹਨੂੰ ਸੁੱਤਾ ਹੋਇਆ ਇੱਕ ਹਾਊਂਡ ਡੌਗ ਮਿਲਿਆ। इधर रास्ते क्यों सो रहा है भाई? मैं एक खून डॉग हाँ। उम्र बड़ी तो स्पीड घट हो गई। हुण मैं अपने मालिक नाल शिकार ते नहीं जांदा। फिर क्यों ना तू मेरे नाल चल। मैं बर्मन जा रहा सिंगर बनन, मेरा बैंड ज्वाइन कर ले तू। मैं मैंडोलिन बजावांगा ते तू ड्रम बजाई। ਹਾਊਂਡ ਡੌਗ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਡੋਂਕੀ ਦੇ ਨਾਲ ਤੁਰ ਪਿਆ। ਥੋੜੀ ਦੂਰ ਜਾਂਦੇ ਹੀ ਉਹਨਾਂ ਨੂੰ ਇੱਕ ਘਰ ਦੀ ਛੱਤ ਤੇ ਇੱਕ ਬਿੱਲੀ ਬੈਠੀ ਮਿਲੀ। ਉਹ ਬੜੀ ਉਦਾਸ ਲੱਗ ਰਹੀ ਸੀ। ਕੀ ਗੱਲ ਹੈ ਬਿੱਲੀ ਰਾਣੀ, ਦੁਖੀ ਆਤਮਾ ਲੱਗ ਰਹੀ ਹੈ, ਕੀ ਹੋਇਆ? ਹੁਣ ਬੁੱਢੀ ਹੋ ਗਈ ਹਾਂ ਮੈਂ। ਹੁਣ ਨਾ ਤਾਂ ਤੇਜ਼ ਭਜਿਆ ਜਾਂਦਾ ਹੈ, ਨਾ ਦੰਦਾਂ ਨਾਲ ਕਟਿਆ ਜਾਂਦਾ ਹੈ। ਚੂਹੇ ਫੜਨੇ ਛੱਡ ਕੇ ਮੈਂ ਫਾਇਰ ਪਲੇਸ ਤੇ ਅੱਗ ਸੇਕਦੀ ਰਹਿੰਦੀ ਹਾਂ, ਢਿੱਲੀ ਜਿਹੀ ਹੋ ਕੇ। ਫਿਰ ਤਾਂ ਤੈਨੂੰ ਆਉਣਾ ਚਾਹੀਦਾ ਸਾਡੇ ਨਾਲ। ਤੁਹਾਡੇ ਨਾਲ? ਤੁਸੀਂ ਜਾ ਕਿੱਥੇ ਰਹੇ ਹੋ? परमन उत्थे साडा एक बैंड होवेगा, असी म्यूजिक वाले हाँ। ਬਿੱਲੀ ਜਨਰਲੀ ਚੰਗੇ ਮਿਊਜ਼ੀਸ਼ੀਅਨਸ ਹੁੰਦੇ ਨੇ, ਤੂੰ ਹਾਰਮੋਨੀਕਾ ਵਜਾ ਬੈਂਡ 'ਚ। ਇਹ ਸੁਣਦੇ ਹੀ ਬਿੱਲੀ ਨੇ ਛਾਲ ਮਾਰੀ ਤੇ ਬੈਂਡ ਜੁਆਇਨ ਕਰ ਲਿੱਤਾ। ਇਹਨਾਂ ਦੀ ਤਿਗੜੀ ਇੱਕ ਫਾਨ ਵਿੱਚੋਂ ਲੰਘ ਰਹੀ ਸੀ। ਉਹਨਾਂ ਨੂੰ ਉੱਥੇ ਕੁੱਕੜ ਦਿਸਿਆ, ਜਿਹੜਾ ਖੰਭੇ ਤੇ ਬੈਠਾ ਕੁੱਕੜ ਕੂ ਕਰ ਰਿਹਾ ਸੀ। ਕੁੱਕੜ ਜੀ, ਦੁਪਹਿਰ ਹੋ ਗਈ ਹੈ, ਅੱਜ ਸਵੇਰੇ ਅਲਾਰਮ ਨਹੀਂ ਵੱਜਿਆ ਸੀ ਕਿਆ? कल संडे है ते मेरे मालिक ने कुछ दोस्तों को खाने ते बुलाया है ते वो मेरा चिकन तंदूरी बना के खाण वाले हैं। ता इत्थे अटके क्यों? भज क्यों नहीं जांदे? मैं जावां भी ते कित्थे जावां? अज लास्ट डे है मेरा ते सोचा जी भर के कुकड़ू कू कर ला। बस कर हाँ, अपनी आवाज ऐदा ना खर्च कर। साडे नाल बर्मन चल, ਅਸੀਂ ਇੱਕ ਬੈਂਡ ਬਣਾ ਰਹੇ ਹਾਂ ਤੇ ਤੇਰੀ ਸਟਰੋਂਗ ਆਵਾਜ਼ ਪਸੰਦ ਆਈ ਮੈਨੂੰ। ਕੁੱਕੜ ਨੂੰ ਇਹ ਪਲਾਨ ਚੰਗਾ ਲੱਗਿਆ ਅਤੇ ਉਹ ਉੱਡ ਕੇ ਉਹਨਾਂ ਨਾਲ ਤੁਰ ਪਿਆ। ਮੂਰੇ ਬਾਕੀ ਤਿੰਨ, ਮਗਰ ਕੁੱਕੜ। ਅੱਜ ਰਾਤ ਅਸੀਂ ਆਜ਼ਾਦੀ ਨਾਲ ਸੋਵਾਂਗੇ। ਜਦੋਂ ਉਠਾਂਗੇ ਇੱਕ ਨਵਾਂ ਕੱਲ ਤਿਆਰ ਹੋਗਾ ਸਾਡੇ ਲਈ। ਸੌਣ ਤੋਂ ਪਹਿਲਾਂ ਕੁੱਕੜ ਉਛਲਦੇ ਕੂਦਦੇ ਪੇੜ ਤੇ ਚੜ ਗਿਆ ਅਤੇ ਉੱਥੋਂ ਕੁਝ ਵੇਖਿਆ। ਮੈਨੂੰ ਇੱਥੇ ਰੌਸ਼ਨੀ ਨਜ਼ਰ ਆ ਰਹੀ ਹੈ, ਲੱਗਦਾ ਕੋਲ ਹੀ ਕੋਈ ਘਰ ਹੈ। ਤਾਂ ਕਿਉਂ ਨਾ ਉੱਥੇ ਚੱਲੀਏ ਆਪਾਂ? ਮੈਨੂੰ ਏਦਾਂ ਜੰਗਲ ਵਿੱਚ ਸੌਣ ਦੀ ਆਦਤ ਨਹੀਂ ਹੈ। ਹਾਂ, ਉੱਥੇ ਸ਼ਾਇਦ ਮੈਨੂੰ ਇੱਕ ਅੱਧੀ ਹੱਡੀ ਮਿਲ ਜਾਏ ਖਾਣ ਨੂੰ। ਇਹ ਚਾਰੋਂ ਉਸ ਲਾਈਟ ਵੱਲ ਤੁਰ ਪਏ ਅਤੇ ਆਖਿਰ ਵਿੱਚ ਇੱਕ ਘਰ ਮਿਲਿਆ ਉਹਨਾਂ ਨੂੰ। ਸਭ ਤੋਂ ਲੰਬਾ ਸੀ ਡੋਂਕੀ ਤੇ ਉਹਨੇ ਬਾਰੀ ਵਿੱਚੋਂ ਵੇਖਿਆ ਕਿ ਅੰਦਰ ਹੈ ਕੀ ਦਿਖ ਰਿਹਾ ਹੈ। अरे भाइयों, गजब हो गया। ਇੱਥੇ एक बहुत ਵੱਡਾ डाइनिंग टेबल है। वाह जी वाह। तो उस टेबल पे खान पीन की चीज़ा भी है। हाय, मेरा तो लार टपक रही है। चलो चलो धावा बोलते हैं।
रुको, कुछ होर भी है। हाँ, 4 बंदूक वाले डकैत ਜਿਹੜੇ ਮਜ਼ੇ ਨਾਲ ਖਾ ਵੀ ਰਹੇ ਨੇ। ਹੁਣ ਖਾਣਾ ਕਿਵੇਂ ਖਾਵਾਂਗੇ? ਡਕੈਤ ਦਾ ਨਾਮ ਸੁਣਦੇ ਹੀ ਸਭ ਉਦਾਸ ਹੋ ਗਏ। ਕਿਉਂ ਆਣਾ ਸੀ ਇਹਨਾਂ ਨੂੰ ਇੱਥੇ? ਮੈਨੂੰ ਇੰਨੀ ਭੁੱਖ ਲੱਗ ਰਹੀ ਸੀ। ਚਲੋ ਵਾਪਸ ਜੰਗਲ ਨੂੰ। ਇੱਥੇ ਕੁਝ ਨਹੀਂ ਕਰ ਸਕਦੇ। ਕਾਸ਼ ਅਸੀਂ ਇਹਨੇ ਡਕੈਤਾਂ ਨੂੰ ਡਰਾ ਸਕਦੇ। ਅੱਛਾ ਦੇਖੋ, ਇੱਕ ਤਰੀਕਾ ਹੈ ਇਹਨਾਂ ਨੂੰ ਭਜਾਉਣ ਦਾ। ਹੁਣ ਧਿਆਨ ਨਾਲ ਸੁਣੋ ਮੇਰੀ ਗੱਲ। ਇੱਕ ਦੇ ਉੱਪਰ ਇੱਕ ਚੜ ਗਏ ਇਹ ਚਾਰੋਂ। ਤੇ ਅਚਾਨਕ ਤੋਂ ਬਾਹਰੋਂ ਨਾਲ ਗਾਣ ਲੱਗੇ। ਇੰਨੀ ਡਰਾਵਨੀ ਆਵਾਜ਼ ਬਣੀ ਕਿ ਉਹਨੂੰ ਸੁਣਦੇ ਹੀ ਡਕੈਤਾਂ ਦੇ ਤੋਤੇ ਉੱਡ ਗਏ। ਚਾਰਾਂ ਨੇ ਮਿਲ ਕੇ ਬਾਰੀ ਤੋੜੀ ਤੇ ਡੋਂਕੀ ਨੇ ਛਾਲ ਮਾਰੀ ਅਤੇ ਅੰਦਰ ਧੜਾਮ ਨਾਲ। ਭੱਜੋ ਏ, ਜਾਨ ਲੈ ਲੈਂਗੇ। ਭੱਜੋ ਇੱਥੋਂ, ਬਚੋ, ਭਾਗੋ ਰੇ, ਭਾਗੋ। ਆਪਣੀ ਬੰਦੂਕਾਂ ਉੱਥੇ ਹੀ ਛੱਡ ਛੁੱਟ ਕੇ ਡਕੈਤ ਭੱਜੇ ਜਾਨ ਬਚਾ ਕੇ। ਅਤੇ ਇਹ 4 ਯਾਰ ਬੜੇ ਖੁਸ਼ ਹੋਏ। ਜਿੱਦਾਂ ਸੋਚਿਆ ਸੀ ਉਦਾਂ ਹੀ ਹੋਇਆ। ਹੁਣ ਟੇਬਲ ਤੇ ਜਿਹੜਾ ਖਾਣਾ ਸੀ ਉਹਦੇ ਉੱਤੇ ਇਹ ਟੁੱਟ ਪਏ। ਖਾਣਾ ਖਾ ਕੇ ਸਾਰੇ ਸੌਣ ਗਏ। ਥੱਕੇ ਹਾਰੇ ਸੀ बेचारे। सब लाइट्स बंद करके सो गए। अद्धी रात हो चुकी सी। डकैतां ने वेखिया कि घर विच लाइट नहीं है। उन्होंने अपने लंबू नूं भेजिया घर दे अंदर वेखण। लंबू अंदर गया तां बिल्कुल हनेरा सी अते उहनूं रोशनी चाहीदी सी। ਉਹਨੇ ਮਾਚਿਸ ਵਾਲੀ ਅਤੇ ਬਿੱਲੀ ਨੇ ਉਹਦੇ ਉੱਤੇ ਛਾਲ ਮਾਰੀ। ਉਹਨੇ ਨੁੰਦਰਾ ਮਾਰੀਆਂ ਤੇ ਹਾਊਂਡ ਡੌਗ ਨੇ ਉਹਦੇ ਪੈਰਾਂ ਤੇ ਵੱਢਿਆ। ਸ਼ੋਰ ਤੋਂ ਘਬਰਾ ਕੇ ਕੁੱਕੜ ਉੱਠਿਆ ਅਤੇ ਜ਼ੋਰ-ਜ਼ੋਰ ਨਾਲ ਕੁੱਕੜ ਕੂ ਕਰਨ ਲੱਗਿਆ। ਜਿੱਦਾਂ ਹੀ ਡਕੈਤ ਭੱਜਣ ਲੱਗਿਆ, ਬਾਹਰ ਖੜੇ ਡੌਂਕੀ ਨੇ ਉਹਨੂੰ ਜ਼ੋਰ ਨਾਲ ਲੱਤ ਮਾਰੀ। ਡਰਿਆ ਤੇ ਘਬਰਾਇਆ ਹੋਇਆ ਡਕੈਤ ਆਪਣੇ ਦੋਸਤਾਂ ਦੇ ਕੋਲ ਗਿਆ ਤੇ ਬੋਲਿਆ, ਓਏ ਉਸ ਘਰੇ 4 ਰਾਖਸ਼ ਨੇ ਤੇ ਉਹਨਾਂ ਨੇ ਮੇਰੇ ਤੇ ਹਮਲਾ ਵੀ ਕੀਤਾ। ਡਕੈਤ ਸਾਰੇ ਦੁਮ ਦਬਾ ਕੇ ਭੱਜੇ ਉੱਥੋਂ ਤੇ ਦੁਬਾਰਾ ਕਦੀ ਉੱਥੇ ਆਣ ਦੀ ਗੱਲ ਸੋਚੀ ਵੀ ਨਹੀਂ। 4.5 ਬਰਮਨ ਮਿਊਜ਼ੀਸ਼ੀਅਨਸ ਨੂੰ ਇਹ ਘਰ ਬਿਲਕੁਲ ਆਪਣੇ ਘਰ ਵਰਗਾ ਲੱਗਿਆ ਤੇ ਉਹਨਾਂ ਨੇ ਸੋਚਿਆ ਕਿ ਬਰਮਨ ਜਾਣ ਦੀ ਕੀ ਲੋੜ ਹੈ, ਕਿਉਂ ਨਾ ਅਸੀਂ ਸਭ ਇੱਥੇ ਹੀ ਰਹੀਏ। ਇਹ ਚਾਰੋਂ ਪੂਰੀ ਜ਼ਿੰਦਗੀ ਇੱਥੇ ਹੀ ਰਹੇ, ਗਾਉਂਦੇ ਬਜਾਉਂਦੇ ਹੋਏ। ਬਹੁਤ ਪਹਿਲਾਂ ਇੱਕ ਦੂਰ ਦੇ ਦੇਸ਼ ਵਿੱਚ ਇੱਕ ਸੋਹਣੀ ਤੇ ਪਿਆਰੀ ਜਿਹੀ ਕੁੜੀ ਸੀ। ਉਹਦੀ ਮੰਮੀ ਦੇ ਗੁਜ਼ਰਨ ਤੋਂ ਬਾਅਦ ਉਹਦੇ ਪਾਪਾ ਨੇ ਇੱਕ ਦੂਜੀ ਜਨਾਨੀ ਨਾਲ ਵਿਆਹ ਕਰ ਲਿੱਤਾ। ਇਹ ਮਤਰੇਈ ਮਾਂ ਤਾਂ ਬੁਰੀ ਸੀ ਹੀ, ਉਹਦੀਆਂ ਦੋਨੋਂ ਧੀਆਂ ਵੀ ਉਹਦੇ ਵਰਗੀਆਂ ਹੀ ਸੀ। ਮਤਰੇਈ ਮਾਂ ਤੇ ਮਤਰੇਈਆਂ ਭੈਣਾਂ ਉਹਦੇ ਨਾਲ ਬਹੁਤ ਬੁਰਾ ਸਲੂਕ ਕਰਦੀਆਂ ਸੀ। ਏ ਤੂੰ ਸਾਡੇ ਨਾਲ ਬੈਠੇਂਗੀ? ਬਿਲਕੁਲ ਨਹੀਂ, ਕਿੱਥੇ ਹੋਰ ਬੈ। ਓਏ ਗਲਾਸ ਟੁੱਟ ਗਿਆ, ਛੇਤੀ ਸਾਫ਼ ਕਰ। ਵੇਖ ਕੀ ਰਹੀ ਹੈ ਤੂੰ? ਇਹਨਾਂ ਦੋਨਾਂ ਦੇ ਮਸਤੀਆਂ ਦੇ ਦਿਨ ਸੀ ਤੇ ਇਸ ਵਿਚਾਰੀ ਦੇ ਸਿਰ ਤੇ ਸਾਰੇ ਕੰਮ ਦਾ ਬੋਝ ਸੀ।
ਘਰ ਵਿੱਚ ਸਾਰੇ ਉਹਨੂੰ ਸਿੰਡਰੇਲਾ ਕਹਿੰਦੇ ਸੀ। ਕਦੇ ਫੁਰਸਤ ਹੁੰਦੀ ਤਾਂ ਉਹ ਵੀ ਆਪਣੀ ਬਿੱਲੀ ਦੇ ਨਾਲ ਬੁਝਦੇ ਹੋਏ ਕੋਲਿਆਂ ਦੇ ਕੋਲ ਬਹਿ ਕੇ ਤਾਪ ਸੇਕਦੀ। ਇੱਕ ਦਿਨ ਉਹਨਾਂ ਨੂੰ ਨਿਯੋਤਾ ਆਇਆ ਰਾਜ ਮਹਿਲ ਤੋਂ। ਪ੍ਰਿੰਸ ਦਿਸ਼ਾਨ ਵਿੱਚ ਇੱਕ ਵੱਡੀ ਪਾਰਟੀ ਰੱਖੀ ਗਈ ਹੈ। ਵਿਆਹ ਦੇ ਲਾਇਕ ਸਾਰੀਆਂ ਕੁੜੀਆਂ ਨੂੰ ਸੱਦਾ ਹੈ। ਜਦੋਂ ਮਤਰੇਈ ਮਾਂ ਆਪਣੀ ਧੀਆਂ ਨੂੰ ਤਿਆਰ ਕਰ ਰਹੀ ਸੀ, ਸਿੰਡਰੇਲਾ ਆਪਣਾ ਮਨ ਮਾਰ ਕੇ ਉਹਨਾਂ ਦੀ ਮਦਦ ਕਰ ਰਹੀ ਸੀ। ਪ੍ਰਿੰਸ ਨੂੰ ਉੱਥੇ ਤੁਹਾਡੇ ਦੋਨਾਂ ਤੋਂ ਵੱਧ ਸੋਹਣਾ ਕੋਈ ਨਹੀਂ ਦਿਸਣਾ ਚਾਹੀਦਾ। ਮੈਂ ਕਿਉਂ ਨਹੀਂ ਜਾ ਸਕਦੀ? ਮੈਂ ਵੀ ਤਾਂ ਵਿਆਹ ਦੇ ਲਾਇਕ ਹਾਂ। ਚੰਗਾ, ਇਹ ਕੱਪੜੇ ਪਾ ਕੇ ਤੂੰ ਪਾਰਟੀ 'ਚ ਜਾਏਂਗੀ। ਪਾਰਟੀ ਵਾਲੀ ਸ਼ਾਮ ਸਿੰਡਰੇਲਾ ਘਰ ਵਿੱਚ ਇਕੱਲੀ ਆਪਣੇ ਹਾਲਾਤਾਂ ਤੇ ਰੋ ਰਹੀ ਸੀ। ਉਸੇ ਵੇਲੇ ਚਿਮਨੀ ਵਿੱਚੋਂ ਇੱਕ ਰੋਸ਼ਨੀ ਨਜ਼ਰ ਆਈ ਅਤੇ ਉਸ ਰੋਸ਼ਨੀ ਵਿੱਚੋਂ ਨਿਕਲੀ ਇੱਕ ਖੂਬਸੂਰਤ ਪਰੀ ਜੋ ਦਿਖ ਰਿਹਾ ਸੀ। ਉਹਨੂੰ ਉਹਦੇ ਉੱਤੇ ਯਕੀਨ ਨਹੀਂ ਹੋ ਰਿਹਾ ਸੀ। ਇਹ ਉਹਦੀ ਮਾਂ ਸੀ। ਮੇਰੀ ਧੀਏ, ਮਾਂ, ਮੈਂ ਤੇਰੀ ਮਦਦ ਕਰਨ ਆਈ ਹਾਂ। ਤੂੰ ਵੀ ਰਾਜ ਮਹਿਲ ਦੀ ਪਾਰਟੀ ਵਿੱਚ ਜਾਏਂਗੀ। ਮੈਂ ਹਾਂ ਨਾ? ਅੱਛਾ, ਕਿੱਦਾਂ? ਜਾ ਅਤੇ ਗਾਰਡਨ ਵਿੱਚੋਂ ਸਭ ਤੋਂ ਵੱਡਾ ਕੱਦੂ ਲੈ ਕੇ ਆ ਅਤੇ ਬਿੱਲੀ ਮਾਸੀ ਉਸ 7 ਚੂਹੇ ਫੜ ਕੇ ਲਿਆ। ਉਸ ਪਰੀ ਨੇ ਪਲਕ ਝਪਕਦੇ ਹੀ ਆਪਣੇ ਜਾਦੂ ਨਾਲ ਉਸ ਕੱਦੂ ਨੂੰ ਇੱਕ ਸ਼ਾਨਦਾਰ ਬੱਗੀ ਵਿੱਚ ਬਦਲ ਦਿੱਤਾ। ਚੂਹਿਆਂ ਵਿੱਚੋਂ ਇੱਕ ਨੂੰ ਉਹਨੇ ਡਰਾਈਵਰ ਬਣਾਇਆ ਤੇ ਬਾਕੀ 6 ਚੂਹੇ ਬਣ ਗਏ ਜਾਨਦਾਰ ਘੋੜੇ। ਹੁਣ ਤੇਰੀ ਵਾਰੀ। ਮੈਂ ਤਾਂ ਬਿਲਕੁਲ ਰਾਜਕੁਮਾਰੀ ਲੱਗ ਰਹੀ ਹਾਂ, ਪਰ ਮਾਂ, ਮੈਨੂੰ ਨੱਚਣਾ ਨਹੀਂ ਆਂਦਾ। ਜੇ ਪ੍ਰਿੰਸ ਦੇ ਨਾਲ ਡਾਂਸ ਕਰਨਾ ਪਿਆ ਤਾਂ? ਇਹਨਾਂ ਜਾਦੂਈ ਜੁੱਤੀਆਂ ਨੂੰ ਪਾ ਕੇ ਸਭ ਤੋਂ ਵਧੀਆ ਨੱਚੇਂਗੀ ਤੂੰ। ਤੈਨੂੰ ਪ੍ਰਿੰਸ ਦੇ ਨਾਲ ਜ਼ਰੂਰ ਨੱਚਣਾ ਚਾਹੀਦਾ ਹੈ, ਪਰ ਧਿਆਨ ਰੱਖੀ, ਇਹ ਸਾਰਾ ਜਾਦੂ ਅੱਧੀ ਰਾਤ ਤੱਕ ਹੀ ਰਹੇਗਾ। ਯਾਨੀ ਤੈਨੂੰ ਉੱਥੋਂ 12 ਵਜੇ ਤੋਂ ਪਹਿਲਾਂ ਨਿਕਲਣਾ ਪਵੇਗਾ। ਪੱਕਾ, ਮੈਂ ਆ ਜਾਵਾਂਗੀ ਅੱਧੀ ਰਾਤ ਤੋਂ ਪਹਿਲਾਂ। ਤੁਸੀਂ ਮੈਨੂੰ ਫੇਰ ਤੋਂ ਮਿਲੋਗੇ ਨਾ? ਮੈਂ ਹਮੇਸ਼ਾ ਤੇਰੇ ਨਾਲ ਹਾਂ। ਜਿੱਦਾਂ ਹੀ ਸਾਡੀ ਸਿੰਡਰੇਲਾ ਰਾਜ ਮਹਿਲ ਪਹੁੰਚਦੀ ਹੈ, ਸਭ ਦੇ ਸਭ ਉਹਨੂੰ ਵੇਖ ਕੇ ਚਕਾਚੌਂਧ ਹੋ ਜਾਂਦੇ ਨੇ। ਦੋਨੋਂ ਮਤਰਈਆਂ ਭੈਣਾਂ ਉਹਨੂੰ ਪਛਾਣ ਹੀ ਨਹੀਂ ਸਕੀਆਂ ਤੇ ਸਾਡਾ ਪ੍ਰਿੰਸ ਤਾਂ ਮਰ ਮੁੱਕਿਆ ਸੀ। ਮਹਾਰਾਜ ਤੇ ਮਹਾਰਾਣੀ ਵੀ ਉਹਨੂੰ ਬਹੁਤ ਚਾਹੁੰਦੇ ਸੀ। ਪ੍ਰਿੰਸੈਸ ਹੋਵੇ ਤਾਂ ਐਦਾਂ ਦੀ। ਪ੍ਰਿੰਸ ਤੋਂ ਰਿਹਾ ਨਹੀਂ ਗਿਆ ਤੇ ਉਹ ਸਿੰਡਰੇਲਾ ਦੇ ਨਾਲ ਨੱਚਣ ਲੱਗ ਪਿਆ। ਕਿਆ ਖੂਬ ਨੱਚ ਰਹੀ ਸੀ ਉਹ। ਉਹਦੇ ਕੋਲ ਉਹ ਜੂਤੇ ਜੋ ਸੀ। ਮਤਰੇਈ ਮਾਂ ਤੇ ਭੈਣਾਂ ਜਲਨ ਦੇ ਮਾਰੇ ਧੂਆਂ ਹੋ ਰਹੀਆਂ ਸੀ। ਇੰਨੀ ਖੁਸ਼ ਸੀ ਸਿੰਡਰੇਲਾ ਕਿ ਉਹਨੂੰ ਵਕਤ ਦਾ ਹੋਸ਼ ਹੀ ਨਹੀਂ ਰਿਹਾ ਅਤੇ ਉਹ ਮੰਮੀ ਨੂੰ ਕੀਤਾ ਹੋਇਆ ਵਾਅਦਾ ਭੁੱਲ ਗਈ। ਅਤੇ ਇੱਕਦਮ ਉਹਨੂੰ ਘੜੀ ਦਿਸਦੀ ਹੈ। 12 ਵੱਜਣ ਹੀ ਵਾਲੇ ਸੀ। ਪ੍ਰਿੰਸ ਨੂੰ ਉੱਥੇ ਹੀ ਛੱਡ ਕੇ ਉਹ ਪੌੜੀਆਂ ਵਿੱਚੋਂ ਥੱਲੇ ਭੱਜੀ। ਭੱਜਦੇ ਹੋਏ ਉਹਦਾ ਇੱਕ ਜੁੱਤਾ ਪਿੱਛੇ ਛੁੱਟ ਗਿਆ, ਪਰ ਹੁਣ ਉਹ ਉਹਨੂੰ ਜਾ ਕੇ ਚੱਕ ਵੀ ਨਹੀਂ ਸਕਦੀ ਸੀ। ਪ੍ਰਿੰਸ ਉਹਨੂੰ ਲੱਭਦਾ ਹੋਇਆ ਉੱਥੇ ਪਹੁੰਚਿਆ ਤੇ ਉਹਨੂੰ ਮਿਲਿਆ ਉਹੀ ਜੁੱਤਾ। ਇਹ ਜੁੱਤਾ ਜਿੱਦਾਂ ਵੀ ਹੈ ਉਹਨੂੰ ਲੱਭੋ, ਦੁਨੀਆ ਭਰ ਵਿੱਚ ਕਿੱਥੇ ਵੀ ਹੋਵੇ ਮਿਲਣੀ ਚਾਹੀਦੀ ਹੈ। ਸਿਪਾਹੀ ਪੂਰੇ ਰਾਜ ਦੇ ਹਰ ਇੱਕ ਘਰ ਵਿੱਚ ਜਾ ਕੇ ਕੁੜੀਆਂ ਨੂੰ ਉਹ ਜੁੱਤਾ ਪਾ ਕੇ ਵੇਖਦੇ ਰਹੇ, ਪਰ ਉਹ ਜੁੱਤਾ ਕਿਸੇ ਦੇ ਵੀ ਪੈਰ ਵਿੱਚ ਜਚਿਆ ਨਹੀਂ। ਫਿਰ ਉਹ ਪਹੁੰਚੇ ਸਿੰਡਰੇਲਾ ਦੇ ਘਰ। ਦੋਨੋਂ ਭੈਣਾਂ ਨੇ ਵੀ ਕੋਸ਼ਿਸ਼ ਕੀਤੀ। ਥੋੜਾ ਜਿਹਾ ਹੋਰ ਜ਼ੋਰ ਲਾਓ, ਆ ਜਾਵੇਗਾ। ਕੀ ਹੈ ਨਾ, ਮੇਰੀ ਧੀ ਵਿਚਾਰੀ ਦਾ ਪੈਰ ਸੁੱਜ ਗਿਆ ਹੈ ਕੰਮ ਕਰ ਕਰਕੇ। ਪਰ ਉਹ ਜੁੱਤਾ
ਕਿਸੇ ਦੇ ਮੇਚ ਨਹੀਂ ਆਇਆ। ਸਿਪਾਹੀਆਂ ਨੂੰ ਇੱਕ ਹੋਰ ਕੁੜੀ ਦਿਸੀ ਘਰ ਵਿੱਚ। ਘਰ ਵਿੱਚ ਇੱਕ ਹੋਰ ਕੁੜੀ ਹੈ। ਸਿੰਡਰੇਲਾ ਦੇ ਪੈਰ ਵਿੱਚ ਆਂਦੇ ਹੀ ਉਹ ਜੁੱਤਾ ਜਚ ਗਿਆ ਤੇ ਸਿਪਾਹੀ ਖੁਸ਼ ਹੋਏ, ਪਰ ਮਾਂ ਤੇ ਪੈਣਾ ਨਹੀਂ। ਤੁਸੀਂ ਸਾਡੇ ਨਾਲ ਰਾਜ ਮਹਿਲ ਚਲੋ ਸਾਹਿਬਾ, ਸਾਡੇ ਪ੍ਰਿੰਸ ਨੂੰ ਤੁਹਾਡੀ ਉਡੀਕ ਹੈ। ਸਿੰਡਰੇਲਾ ਦੇ ਰਾਜ ਮਹਿਲ ਪਹੁੰਚਣ ਤੇ ਪ੍ਰਿੰਸ ਨੇ ਉਹਨੂੰ ਹੱਥੋਂ ਹੱਥ ਪਛਾਣ ਲਿਆ ਤੇ ਉਹਦੀ ਖੁਸ਼ੀ ਦੇਖਦੇ ਹੀ ਬਣਦੀ ਸੀ। ਇੱਕ ਸੱਚੇ ਪ੍ਰੇਮੀ ਦੀ ਤਰ੍ਹਾਂ ਪ੍ਰਿੰਸ ਨੇ ਸਿੰਡਰੇਲਾ ਨੂੰ ਵਿਆਹ ਲਈ ਪੁੱਛਿਆ। ਪ੍ਰਿੰਸੈਸ, ਤੁਸੀਂ ਮੇਰੇ ਨਾਲ ਵਿਆਹ ਕਰੋਗੀ? ਬਿਨਾਂ ਕਿਸੇ ਝਿਜਕ ਦੇ ਸਿੰਡਰੇਲਾ ਨੇ ਇਹ ਰਿਸ਼ਤਾ ਮਨਜ਼ੂਰ ਕਰ ਲਿਆ ਅਤੇ ਉਹ ਖੁਸ਼ੀਆਂ ਦੀ ਛਾਵੇਂ ਆਪਣੀ ਜ਼ਿੰਦਗੀ ਬਿਤਾਉਣ ਲੱਗੀ। ਮੇਰੇ ਜੂਤੇ ਦਾ ਜਾਦੂ ਅਜੇ ਵੀ ਕਿਵੇਂ ਚੱਲ ਰਿਹਾ ਹੈ? ਮੈਂ ਹਮੇਸ਼ਾ ਤੇਰੇ ਨਾਲ ਹਾਂ। ਹੁਣ ਸਮਝੀ ਮੰਮੀ, ਇਹ ਤੁਸੀਂ ਹੀ ਕੀਤਾ ਹੈ ਸਭ। ਇੱਕ ਸਮੇਂ ਦੀ ਗੱਲ ਹੈ, ਇੱਕ ਨਿੱਕੀ ਕੁੜੀ ਸੀ। ਉਹ ਹਮੇਸ਼ਾ ਰੈੱਡ ਕਲਰ ਦੀ ਰਾਈਡਿੰਗ ਹੁੱਡ ਪਾਉਂਦੀ ਸੀ। ਇਸ ਲਈ ਸਾਰੇ ਉਹਨੂੰ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾਉਂਦੇ ਸੀ। ਧੀਏ। ਹਾਂ ਮੰਮੀ। ਤੁਹਾਡੀ ਨਾਨੀ ਮਾਂ ਬਿਮਾਰ ਹੈ ਨਾ? ਤੁਸੀਂ ਉਹਨਾਂ ਵਾਸਤੇ ਇਹ ਤਾਜ਼ਾ ਕੁਕੀਜ਼ ਅਤੇ ਜੜੀ ਬੂਟੀਆਂ ਲੈ ਕੇ ਜਾਓਗੇ? ਬਿਲਕੁਲ ਜਾਵਾਂਗੀ ਮੈਂ ਮੰਮੀ। ਹਮੇਸ਼ਾ ਦੀ ਤਰ੍ਹਾਂ ਆਪਣਾ ਰੈੱਡ ਰਾਈਡਿੰਗ ਹੁੱਡ ਪਾ ਕੇ ਉਹ ਆਪਣੀ ਨਾਨੀ ਦੇ ਘਰ ਵੱਲ ਨੂੰ ਤੁਰ ਪਈ। ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਨਾ ਉਤਰੀ ਧੀਏ। ਲਿਟਲ ਰੈੱਡ ਰਾਈਡਿੰਗ ਹੁੱਡ ਹੱਸਦੇ ਗਾਉਂਦੇ ਆਪਣੇ ਰਸਤੇ ਜਾ ਰਹੀ ਸੀ। ਪਤਾ ਨਹੀਂ ਇਹਨੂੰ ਬਨੀ ਫੋਰੈਸਟ ਕਿਉਂ ਕਹਿੰਦੇ ਨੇ, ਮੈਨੂੰ ਤਾਂ ਇੱਕ ਵੀ ਬੰਨੀ ਨਹੀਂ ਦਿਸਿਆ। ਲਿਟਲ ਰੈੱਡ ਰਾਈਡਿੰਗ ਹੁੱਡ ਫੁੱਲਾਂ ਨਾਲ ਭਰੇ ਹੋਏ ਰਸਤੇ ਤੇ ਪਹੁੰਚੀ। ਰੰਗ ਬਰੰਗੇ ਕਈ ਤਰ੍ਹਾਂ ਦੇ ਫੁੱਲ ਸੀ। ਨਾਨੀ ਵਾਸਤੇ ਕੁਝ ਫੁੱਲ ਲੈ ਚਲਦੀ ਆਂ, ਬੜੀ ਖੁਸ਼ ਹੋ ਜਾਵੇਗੀ ਉਹ। ਫੁੱਲ ਚੁਗਦੇ ਹੋਏ ਧਿਆਨ ਨਹੀਂ ਰਿਹਾ ਉਹਨੂੰ ਕਿ ਉਹ ਆਪਣੇ ਰਸਤੇ ਤੋਂ ਥੱਲੇ ਉਤਰ ਗਈ ਸੀ। ਉਸੇ ਵੇਲੇ ਉਹਨੂੰ ਝਾੜੀਆਂ ਵਿੱਚੋਂ ਇੱਕ ਆਵਾਜ਼ ਆਈ। ਅਚਾਨਕ ਇੱਕ ਵੱਡਾ ਜਿਹਾ ਭੇੜੀਆ ਉਹਦੇ ਸਾਹਮਣੇ ਆ ਗਿਆ। ਉਹਨੂੰ ਵੇਖ ਕੇ ਲਿਟਲ ਰੈੱਡ ਰਾਈਡਿੰਗ ਹੁੱਡ ਇੰਨਾ ਡਰ ਗਈ ਕਿ ਉਹਦੇ ਹੱਥੋਂ ਬਾਸਕਟ ਡਿੱਗ ਪਈ। ਭੇੜੀਏ ਨੇ ਛੇਤੀ-ਛੇਤੀ ਬਾਸਕਟ ਵਿੱਚੋਂ ਕੁਕੀਜ਼ ਚੁੱਕੀਆਂ ਅਤੇ ਵਾਪਸ ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਦੇ ਦਿੱਤੀਆਂ। ਭੇੜੀਏ ਦੀ ਇਸ ਸੱਚਾਈ ਤੋਂ ਲਿਟਲ ਰੈੱਡ ਰਾਈਡਿੰਗ ਹੁੱਡ ਬਹੁਤ ਖੁਸ਼ ਹੋਈ। ਥੈਂਕ ਯੂ। ਕਿੱਥੇ ਜਾ ਰਹੀ ਏ ਕੁੜੀਏ? ਨਾਨੀ ਦੇ ਘਰ। ਇਸ ਜੰਗਲ ਦੇ ਆਖਿਰ ਵਿੱਚ ਯੈਲੋ ਕਲਰ ਦਾ ਘਰ ਹੈ। ਉਹਨਾਂ ਦੀ ਤਬੀਅਤ ਖਰਾਬ ਹੈ ਨਾ, ਮੈਂ ਕੁਕੀਜ਼ ਤੇ ਜੜੀ ਬੂਟੀਆਂ ਲੈ ਕੇ ਜਾ ਰਹੀ ਹਾਂ। ਤੁਸੀਂ ਮੈਨੂੰ ਸਾਰਿਆਂ ਦੀ ਤਰ੍ਹਾਂ ਲਿਟਲ ਰੈੱਡ ਰਾਈਡਿੰਗ ਹੁੱਡ ਬੁਲਾ ਸਕਦੇ ਹੋ। ਤਾਂ ਮੈਂ ਪਹਿਲੇ ਪਹੁੰਚ ਕੇ ਤੁਹਾਡੀ ਨਾਨੀ ਨੂੰ ਦੱਸਦਾ ਤੁਸੀਂ ਆ ਰਹੇ ਹੋ, ਔਰ ਤੁਸੀਂ ਫੁੱਲ ਚੁਗਦੇ ਚੁਗਦੇ ਆਰਾਮ ਨਾਲ ਆਓ। ਉਸੇ ਵੇਲੇ ਉਹਨੂੰ ਕਿਸੇ ਸ਼ਿਕਾਰੀ ਦੀ ਗੋਲੀ ਦੀ ਆਵਾਜ਼ ਆਈ ਤੇ ਉਹ ਉਡਨਛੂ ਹੋ ਗਿਆ। ਲਿਟਲ ਰੈੱਡ ਰਾਈਡਿੰਗ ਹੁੱਡ ਨੂੰ ਇੱਕਦਮ ਰੋਣਾ ਆ ਗਿਆ ਕਿਉਂਕਿ ਉਹ ਗੁਆਚ ਗਈ ਸੀ। ਉਹਦਾ ਰੋਣਾ ਸੁਣ ਕੇ ਇੱਕ ਸ਼ਿਕਾਰੀ ਉਹਦੇ ਕੋਲ ਆਇਆ। ਤੂੰ ਇੱਥੇ ਇਕੱਲੀ ਕੀ ਕਰ ਰਹੀ ਹੈ? ਇੱਥੇ ਬਹੁਤ ਖਤਰਾ ਹੈ। ਮੈਂ ਇੱਕ ਖੁੰਖਾਰ ਭੇੜੀਏ ਨੂੰ ਲੱਭ ਰਹਾ, ਕਾਫੀ ਵਕਤ ਤੋਂ ਉਹ ਭੱਜ ਰਿਹਾ ਹੈ। ਲਿਟਲ ਰੈੱਡ ਰਾਈਡਿੰਗ ਹੁੱਡ ਸ਼ਰਮਿੰਦਾ ਸੀ ਕਿਉਂਕਿ ਉਹਨੇ ਆਪਣੀ ਮਾਂ ਦੀ ਗੱਲ ਨਹੀਂ ਮੰਨੀ ਅਤੇ ਬਨੀ ਫੋਰੈਸਟ ਦੇ ਰਸਤੇ ਤੋਂ ਥੱਲੇ ਉਤਰ ਗਈ। ਇਸ ਕਰਕੇ ਉਹ ਸ਼ਿਕਾਰੀ ਨੂੰ ਨਹੀਂ ਦੱਸਣਾ ਚਾਹੁੰਦੀ ਸੀ। ਮੈਂ ਤਾਂ ਬਸ ਮੇਰੀ ਨਾਨੀ ਮਾਂ ਬਿਮਾਰ ਹੈ, ਕੁਕੀਜ਼ ਲੈ ਕੇ ਜਾ ਰਹੀ ਸੀ ਤੇ ਰਸਤੇ ਵਿੱਚ ਗੁਆਚ ਗਈ। ਤੇ ਮੈਂ ਤੈਨੂੰ ਤੇਰੀ ਨਾਨੀ ਦੇ ਘਰ ਛੱਡ ਦੇਣਾ। ਉਹ ਨਾਲ-ਨਾਲ ਤੁਰ ਪਏ ਅਤੇ ਉਸੇ ਵੇਲੇ ਭੇੜੀਆ ਵੀ ਨਾਨੀ ਮਾਂ ਦੇ ਘਰ ਪਹੁੰਚ ਗਿਆ
ਅਤੇ ਬੂਹੇ ਤੇ ਨੌਕ ਕੀਤਾ। ਨਾਨੀ ਮਾਂ ਨੇ ਸੱਦਿਆ, कौन है भाई? मैं नानी माँ, लिटिल रेड राइडिंग हुड। मैं कुकीज तो जड़ी बूटियां लेकर आई हैं ਤੁਹਾਡੇ ਲਈ। बूहा खुला है तिए, अंदर आ जा। ਭੇੜੀਆ ਅੰਦਰ ਵੜ ਗਿਆ। ਥੋੜੀ ਦੇਰ ਪਿੱਛੋਂ ਲਿਟਲ ਰੈਡ ਰਾਈਡਿੰਗ ਹੁੱਡ ਅਤੇ ਸ਼ਿਕਾਰੀ ਨਾਨੀ ਮਾਂ ਦੇ ਘਰ ਪਹੁੰਚੇ। ਜਾ ਕੁੜੀਏ, ਨਾਨੀ ਦੇ ਕੋਲ ਜਾ। ਹੰਟਰ ਆਪਣੇ ਰਸਤੇ ਤੁਰ ਗਿਆ। ਲਿਟਲ ਰੈਡ ਰਾਈਡਿੰਗ ਹੁੱਡ ਨੇ ਬੂਹੇ ਤੇ ਨੌਕ ਕੀਤਾ। कौन है भाई? मैं हाँ नानी माँ, लिटिल रेड राइडिंग हुड। बुआ खुला है तिए, अंदर आ जा। ਲਿਟਲ ਰੈਡ ਰਾਈਡਿੰਗ ਹੁੱਡ ਕੁਝ ਪਲ ਲਈ ਹਿਚਕਿਚਾਈ ਕਿਉਂਕਿ ਆਵਾਜ਼ ਨਾਨੀ ਮਾਂ ਤੋਂ ਥੋੜੀ ਵੱਖਰੀ ਲੱਗ ਰਹੀ ਸੀ। ਫਿਰ ਧਿਆਨ ਆਇਆ ਕਿ ਨਾਨੀ ਮਾਂ ਤਾਂ ਬਿਮਾਰ ਹੈ। बीमार है ना नानी माँ, ताही आवाज ऐदा दी हो गई है। ਉਹ ਬੂਹਾ ਖੋਲ ਕੇ ਅੰਦਰ ਗਈ। ਭੇੜੀਆ ਸਾਰੇ ਕੱਪੜੇ, ਟੋਪੀ ਤੇ ਚਸ਼ਮਾ ਵੀ ਨਾਨੀ ਮਾਂ ਦਾ ਪਾ ਕੇ ਬਿਸਤਰੇ ਤੇ ਪਿਆ ਸੀ। ਉਹਨੇ ਪਰਦਾ ਖਿੱਚ ਕੇ ਅੰਦਰ ਹਨੇਰਾ ਕੀਤਾ ਹੋਇਆ ਸੀ ਤਾਂ ਕਿ ਲਿਟਲ ਰੈਡ ਰਾਈਡਿੰਗ ਹੁੱਡ ਉਹਨੂੰ ਵੇਖ ਨਾ ਸਕੇ। प्यारी तिए, एनी दूर चल के तू मेरे वास्ते खाना लेके आई? कोल ता आ तिए, तेनू गले ता मिला। छेतिया, एनी दूर क्यों है? ਲਿਟਲ ਰੈਡ ਰਾਈਡਿੰਗ ਹੁੱਡ ਨੇ ਬਾਸਕਟ ਥੱਲੇ ਰੱਖਿਆ ਪਰ ਜ਼ਿਆਦਾ ਕੋਲ ਨਹੀਂ ਗਈ ਕਿਉਂਕਿ ਨਾਨੀ ਮਾਂ ਕੁਝ ਵੱਖਰੀ ਦਿਸ ਰਹੀ ਸੀ। ਤੁਹਾਡੇ ਹੱਥ ਐਨੇ ਲੰਬੇ ਕਿਵੇਂ ਹੋ ਗਏ? ताकि तेरा हथ फड़ सका। ते एने बड़े कन्न? तेरी प्यारी आवाज सुनन वास्ते। बड़िया बड़िया अखां? तेनू जी भर के वेखण वास्ते। ते एने तिखे दंद नानी मां? तेनू चब चब के खाण वास्ते। ਭੇੜੀਏ ਨੇ ਲਿਟਲ ਰੈਡ ਰਾਈਡਿੰਗ ਹੁੱਡ ਵੱਲ ਛਾਲ ਮਾਰੀ। ਉਸੇ ਵੇਲੇ ਲਿਟਲ ਰੈਡ ਰਾਈਡਿੰਗ ਹੁੱਡ ਨੂੰ ਪਤਾ ਲੱਗਿਆ ਕਿ ਬਿਸਤਰੇ ਤੇ ਨਾਨੀ ਮਾਂ ਨਹੀਂ ਬਲਕਿ ਉਹ ਖੁੰਕਾਰ ਭੇੜੀਆ ਸੀ। ਬਚਾਓ ਬਚਾਓ, ਮੈਨੂੰ ਬਚਾਓ। ਸ਼ਿਕਾਰੀ ਤੱਕ ਉਹਦੀ ਆਵਾਜ਼ ਪਹੁੰਚੀ ਅਤੇ ਉਹ ਭੱਜ ਕੇ ਉਸ ਘਰ ਤੱਕ ਗਿਆ। ਸ਼ਿਕਾਰੀ ਨੇ ਬੂਹੇ ਦੇ ਅੰਦਰ ਜਾ ਕੇ ਉਸ ਭੇੜੀਏ ਨੂੰ ਫੜ ਲਿਆ। ਆਖਿਰ ਤੂੰ ਫੜਿਆ ਗਿਆ ਖੁੰਖਾਰ ਭੇੜੀਏ, ਹੁਣ ਦੇਖਣਾ ਮੈਂ ਤੈਨੂੰ। ਸ਼ਿਕਾਰੀ ਨੇ ਭੇੜੀਏ ਦੇ ਢਿੱਡ ਵਿੱਚੋਂ ਨਾਨੀ ਮਾਂ ਨੂੰ ਬਾਹਰ ਕੱਢਿਆ। ਸਾਨੂੰ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਸ਼ਿਕਾਰੀ ਅੰਕਲ। ਕੋਈ ਗੱਲ ਨਹੀਂ, ਪਰ ਵਾਅਦਾ ਕਰ ਕੁੜੀਏ ਕਿ ਹਮੇਸ਼ਾ ਮੰਮੀ ਦੀ ਗੱਲ ਮੰਨੇਗੀ। ਨਾਨੀ ਮਾਂ ਨੂੰ ਇੰਨੀ ਭੁੱਖ ਲੱਗੀ ਸੀ ਕਿ ਉਹ ਸਾਰੀ ਕੁਕੀਜ਼ ਖਾ ਗਈ, ਜੜੀ ਬੂਟੀ ਦੀ ਦਵਾਈ ਬਣਾਈ ਤੇ ਛੇਤੀ ਛੇਤੀ ਠੀਕ ਹੋ ਗਈ। ਲਿਟਲ ਰੈਡ ਰਾਈਡਿੰਗ ਹੁੱਡ ਨੇ ਵਾਅਦਾ ਕੀਤਾ ਕਿ ਕਿਸੇ ਖੁੰਖਾਰ ਭੇੜੀਏ ਦੀ ਗੱਲਾਂ ਵਿੱਚ ਉਹ ਕਦੇ ਨਹੀਂ ਆਵੇਗੀ। ਲਿਟਲ ਰੈਡ ਰਾਈਡਿੰਗ ਹੁੱਡ ਕੱਲੀ ਇੱਕ ਵਾਰੀ ਜੰਗਲ ਵਿੱਚ ਖੇਲ ਰਹੀ ਸੀ ਅਤੇ ਉਸੇ ਵੇਲੇ ਸਾਹਮਣੇ ਫਿਰ ਉਹੀ ਭੇੜੀਆ ਮਿਲਿਆ। ਭੇੜੀਏ ਨੂੰ ਹੰਟਰ ਨੇ ਜੰਗਲ ਦੀ ਸਫਾਈ ਕਰਨ ਦੀ ਸਜ਼ਾ ਦਿੱਤੀ ਸੀ। ਲਿਟਲ ਰੈਡ ਰਾਈਡਿੰਗ ਹੁੱਡ ਨੂੰ ਵੇਖਦੇ ਹੀ ਉਸ ਨੂੰ ਆਪਣੀ ਕਰਨੀ ਤੇ ਸ਼ਰਮਿੰਦਗੀ ਮਹਿਸੂਸ ਹੋਈ। ਬਨੀ ਫੋਰੈਸਟ ਭਰ ਗਿਆ ਇੱਕ ਵਾਰੀ ਫੇਰ ਖੁਸ਼ੀਆਂ ਬਨੀਜ਼ ਤੇ ਫੁੱਲਾਂ ਨਾਲ, ਬਿਲਕੁਲ ਉਦਾਂ ਜਿੱਦਾਂ ਪਹਿਲਾਂ ਹੁੰਦਾ ਸੀ।